कि जे 1984 ਦੇ ਸਿੱਖ ਕਤਲੇਆਮ ਵੇਲੇ ਜੇ ਸਾਡੇ ਸਿੱਖਾਂ ਕੋਲੇ ਪੰਜਾਬੀਆਂ ਕੋਲੇ ਜਿਹੜੇ ਬਾਹਰ ਰਹਿੰਦੇ ਸੀਗੇ ਉਹਨਾਂ ਕੋਲੇ ਸਵੈ ਰੱਖਿਆ ਲਈ ਹਥਿਆਰ ਹੁੰਦੇ ਤਾਂ ਸਾਡੀ ਕੌਮ ਦਾ ਇੰਨਾ ਘਾਣ ਨਹੀਂ ਸੀ ਹੋਣਾ। ਜਥੇਦਾਰ ਅਕਾਲ ਤਖਤ ਸਾਹਿਬ ਨੇ ਬਿਆਨ ਕੀ ਦਿੱਤਾ, ਕਿਸ ਸੰਦਰਭ ਵਿੱਚ ਕੀਤਾ, ਉਹਨਾਂ ਦੀ ਮਨਸ਼ਾ ਕੀ ਸੀ, ਇਹ ਸਪਸ਼ਟ ਕਰ ਦਿੰਦੇ ਕਿ ਉਹ ਕਿਸ ਪ੍ਰਸੰਗ ਵਿੱਚ ਇਹ ਗੱਲ ਕਹਿ ਰਹੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਰੜਕਦੇ ਆ ਤਾਂ ਉਹਨਾਂ ਦਾ ਇਹ ਕਹਿਣਾ ਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ ਜੋ ਬਿਆਨ ਦਿੱਤਾ ਉਹ ਨਹੀਂ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਹੁਣੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਕੋਲੋਂ ਪੰਜਾਬ ਲਈ 20 ਕੰਪਨੀਆਂ ਨੀਂਹ ਫੌਜੀ ਦਲਾਂ ਦੀਆਂ ਮੰਗਣ ਗਏ ਸਨ ਤਾਂ ਉਸ ਵੇਲੇ ਉਹਨਾਂ ਨੂੰ ਸੁਰੱਖਿਆ ਬਲ ਮੰਗਣ ਦੀ ਥਾਂ ਪੰਜਾਬ ਲਈ 20 ਉੱਚ ਪਾਈ ਦੀ ਯੂਨੀਵਰਸਿਟੀ ਮੰਗਣੀਆਂ ਚਾਹੀਦੀਆਂ ਸੀਆਂ। ਜਿਹੜੇ ਬਲਜੀਤ ਸਿੰਘ ਦਾਦੂ ਵਾਲੇ ਆ ਉਹਨਾਂ ਦੀ ਚਿੱਠੀ ਇਹ ਕਹਿੰਦੀ ਆ ਕਿ ਜਿਨ੍ਹਾਂ ਲੋਕਾਂ ਨੇ ਸਿੱਖੀ ਦਾ ਘਾਣ ਕੀਤਾ ਜਾਂ ਜਿਨ੍ਹਾਂ ਲੋਕਾਂ ਦੇ ਰਾਜ ਦੌਰਾਨ ਇੰਨਾ ਕੁਝ ਵਾਪਰਦਾ ਰਿਹਾ ਜਾਂ ਉਹ ਲੋਕ ਜਿਨ੍ਹਾਂ ਨੇ ਆਪਣੇ ਰਾਜ ਦੌਰਾਨ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਅੱਜ ਉਹ ਇਸ ਕਮੇਟੀ ਸ਼ਾਮਲ ਹੋਣ ਜਾਂ ਇਸ ਮੈਂਬਰ ਦੀ 11 ਮੈਂਬਰੀ ਕਮੇਟੀ ਵਿੱਚ ਉਹਨਾਂ ਦਾ ਨਾਮ ਬੋਲੇ, ਇਹ ਸਹਿਣ ਨਹੀਂ ਕਰਨਗੇ। ਹੈਰਾਨੀ ਦੀ ਗੱਲ ਇਹ ਕਿ ਜਿਸ ਅਕਾਲੀ ਦਲ ਨੇ ਇਹ ਕਦਮ ਚੁੱਕਿਆ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਕਮੇਟੀ ਬਣਾਈ ਜਾਵੇ, ਸਾਂਝਾ ਸੰਘਰਸ਼ ਕੀਤਾ ਜਾਵੇ, ਉਸੇ ਬੰਦੇ ਉੱਤੇ ਜਿਹੜੇ ਉਂਗਲਾਂ ਉੱਠਣ ਲੱਗੀਆਂ ਤੇ ਇਹ ਕਿਹਾ ਜਾਣ ਲੱਗਾ ਕਿ ਇਹਨੂੰ ਬਾਹਰ ਕਰਤਾ ਜਾਵੇ। ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭੇਜਣ ਨਾਲ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਉਣ ਨਾਲ ਪੰਜਾਬ ਵਿੱਚ ਨਸ਼ੇ ਦੇ ਤਸਕਰਾਂ ਨੇ ਇਹ ਕੰਮ ਬੰਦ ਕਰ ਦਿੱਤਾ। ਜਾਂ ਇਸ ਤੋਂ ਅੱਗੇ ਮੇਰਾ ਸਵਾਲ ਜਿਹੜਾ ਹੁੰਦਾ ਕਿ ਮੇਰੇ ਮਨ 'ਚ ਆਉਂਦਾ ਕਿ ਕੀ ਵਿਕਰਮ ਸਿੰਘ ਮਜੀਠੀਆ ਇਕੱਲੇ ਨਸ਼ੇ ਦੇ ਤਸਕਰ ਸੀਗੇ? ਦਾ ਖਾਲਸਾ ਟੀਵੀ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸਾ ਸਪੈਸ਼ਲ ਤੁਹਾਡਾ ਸਤਿਕਾਰ, ਜੀ ਆਇਆਂ ਨੂੰ, ਆਦਰ। ਕਮਲਜੀਤ ਸਿੰਘ ਬਨਵੈਦ ਦੀ ਸਤਿ ਸ੍ਰੀ ਅਕਾਲ। ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਾਥੋਂ ਦਰਦ ਛੁਪਾਇਆ ਨਹੀਂ ਜਾਣਾ। ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਦਰਦ ਨਾਲ ਭਿੱਜੀਆਂ ਹੋਈਆਂ, ਜਿਨ੍ਹਾਂ ਦੀ ਚੀਸ ਲੰਬਾ ਚਿਰ ਜਿਹੜੀ ਆ ਉਹ ਪੈਂਦੀ ਰਹਿਣ ਵਾਲੀ ਆ ਤੇ ਉਹ ਚੀਸ ਦਾ ਜਿਹੜਾ ਦੁੱਖ ਆ ਉਹ ਕਈ ਸਾਰੇ ਭੋਗ ਵੀ ਰਹੇ ਆ। ਆਪਾਂ ਗੱਲ ਸ਼ੁਰੂ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੋਂ। ਉਹਨਾਂ ਨੇ ਕੱਲ੍ਹ ਮੀਰੀ ਪੀਰੀ ਸਿਧਾਂਤ ਦੀ ਵਿਆਖਿਆ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਹਰ ਸਿੱਖ ਨੌਜਵਾਨ ਨੂੰ ਹਥਿਆਰ ਰੱਖਣੇ ਚਾਹੀਦੇ ਆ। ਉਹਨਾਂ ਨੇ ਨਾਲ ਕਿਹਾ ਕਿ ਲਾਇਸੈਂਸੀ ਹਥਿਆਰ, ਉਹਨਾਂ ਵੱਲੋਂ ਲਾਇਸੈਂਸੀ ਹਥਿਆਰ ਰੱਖਣ ਦੇ ਜਿਹੜਾ ਇੱਕ ਅਪੀਲ ਕੀਤੀ ਗਈ ਆ ਉਹਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਗਿਆ। ਵੈਸੇ ਜੇ ਕਿਤੇ ਲਾਇਸੈਂਸੀ ਨਾ ਕਹਿੰਦੇ ਤਦ ਹੋਰ ਕਾਫੀ ਰੌਲਾ ਪੈ ਜਾਂਦਾ ਸੀਗਾ। ਪਰ ਇੱਥੇ ਇੱਕ ਗੱਲ ਮੇਰੇ ਧਿਆਨ 'ਚ ਆ ਰਹੀ ਹੈ ਕਿ ਆਪਾਂ ਇਹ ਤੋਂ ਪਹਿਲਾਂ ਕਿ ਸਾਰੇ ਕੁਝ ਬਾਰੇ ਚਰਚਾ ਕਰੀਏ ਕਿ ਹੋ ਹੱਲਾ ਕਿਵੇਂ ਮਚਿਆ, ਪਰ ਮੈਨੂੰ ਇੱਕ ਗੱਲ ਇੱਥੇ ਜਿਹੜੀ ਕਹਿਣੀ ਬਣਦੀ ਹੈ ਜਾਂ ਮੇਰੇ ਚੇਤੇ ਵਿੱਚ ਆ ਰਹੀ ਹੈ ਜਾਂ ਮੈਨੂੰ ਬਾਰ-ਬਾਰ ਝੰਜੋੜ ਰਹੀ ਆ ਕਿ ਜੇ 1984 ਦੇ ਸਿੱਖ ਕਤਲੇਆਮ ਵੇਲੇ 1984 ਦਾ ਜਦੋਂ ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਜੇ ਸਾਡੇ ਸਿੱਖਾਂ ਕੋਲੇ ਪੰਜਾਬੀਆਂ ਕੋਲੇ ਜਿਹੜੇ ਬਾਹਰ ਰਹਿੰਦੇ ਸੀਗੇ ਉਹਨਾਂ ਕੋਲ ਸਵੈ ਰੱਖਿਆ ਲਈ ਹਥਿਆਰ ਹੁੰਦੇ ਤਾਂ ਸਾਡੀ ਕੌਮ ਦਾ ਇੰਨਾ ਘਾਣ ਨਹੀਂ ਸੀ ਹੋਣਾ। ਜਥੇਦਾਰ ਅਕਾਲ ਤਖਤ ਸਾਹਿਬ ਨੇ ਬਿਆਨ ਕੀ ਦਿੱਤਾ, ਕਿਸ ਸੰਦਰਭ ਵਿੱਚ ਕੀਤਾ, ਉਹਨਾਂ ਦੀ ਮਨਸ਼ਾ ਕੀ ਸੀ, ਉਹ ਕੀ ਸੋਚਦੇ ਆ, ਉਹ ਮਹਿਸੂਸ ਕੀ ਕਰਦੇ ਆ, ਇਹਦੇ ਬਾਰੇ ਤਾਂ ਉਹ ਹੀ ਜਾਣਦੇ ਆ। ਵੈਸੇ ਬਿਹਤਰ ਗੱਲ ਇਹ ਹੁੰਦੀ ਕਿ ਜੇ ਉਹ ਇਹ ਸਪਸ਼ਟ ਕਰ ਦਿੰਦੇ ਕਿ ਉਹ ਕਿਸ ਪ੍ਰਸੰਗ ਵਿੱਚ ਇਹ ਗੱਲ ਕਹਿ ਰਹੇ ਆ। ਉਂਝ ਜਦੋਂ ਆਪਾਂ ਗੱਲ ਉਹਨਾਂ ਨੇ ਕੀਤੀ ਹੈ ਹਥਿਆਰ ਰੱਖਣ ਦੀ ਲਾਇਸੈਂਸੀ, ਇੱਥੇ ਮੈਂ ਦੱਸਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਹਥਿਆਰ ਰੱਖਣ ਦੇ ਹੱਕ ਵਿੱਚ ਸੀਗੇ ਤੇ ਦੱਸਣ ਵਾਲੇ ਦੱਸਦੇ ਆ ਕਿ ਉਹਨਾਂ ਕੋਲ ਵੀ ਇੱਕ ਮੌਜਰ ਹੁੰਦਾ ਸੀ, ਉਹ ਵੀ ਬਿਨਾਂ ਲਾਇਸੈਂਸ ਤੋਂ। ਉਹਨਾਂ ਨੇ ਤਾਂ ਉਦੋਂ ਇਹ ਵੀ ਕਿਹਾ ਸੀਗਾ ਕਿ ਹਰ ਜਿਹੜਾ ਸਿੱਖ ਨੌਜਵਾਨ ਆ ਉਹਦੇ ਕੋਲ ਇੱਕ ਬਾਈਕ ਹੋਵੇ। ਅਸੀਂ ਇਸ ਗੱਲ ਨੂੰ ਇੱਥੇ ਇਵੇਂ ਲੈਂਦੇ ਹਾਂ ਕਿ ਜਥੇਦਾਰ ਸਾਹਿਬ ਨੇ ਸ਼ਾਇਦ ਉਹ ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਸਿੱਖਾਂ ਨੇ ਮੁਗਲਾਂ ਨਾਲ ਭਾਰਤ ਲਈ ਡਟ ਕੇ ਮੁਕਾਬਲਾ ਕੀਤਾ ਸੀਗਾ, ਸ਼ਾਇਦ ਉਸ ਵੇਲੇ ਦੀ ਬਾਤ ਪਾਉਂਦੇ ਹੋਣ। ਪਰ ਇੱਕ ਗੱਲ ਜਿਹੜੀ ਇਹ ਆ ਕਿ ਉਦੋਂ ਤੇ ਹੁਣ ਦਾ ਜਿਹੜਾ ਕਲਚਰ ਆ, ਸਾਡਾ ਸੱਭਿਆਚਾਰ ਆ, ਸਾਡਾ ਟੈਂਪਰੇਚਰ ਆ, ਸਾਡਾ ਜਿਹੜਾ ਟੈਂਪੂ ਆ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਹੁਣ ਜਦੋਂ ਜਥੇਦਾਰ ਸਾਹਿਬ ਨੇ ਇਹ ਬਿਆਨ ਦਿੱਤਾ
ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੀ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਨੂੰ ਅਜਿਹਾ ਬਿਆਨ ਦੇਣ ਦੀ ਥਾਂ ਕੋਈ ਸੁੱਖ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਜਿਹੜਾ ਬਿਆਨ ਹੈ ਉਹ ਦੇਣਾ ਚਾਹੀਦਾ ਸੀਗਾ। ਇਹਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਰੜਕਦੇ ਆ ਤਾਂ ਉਹਨਾਂ ਦਾ ਇਹ ਕਹਿਣਾ ਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ ਜੋ ਬਿਆਨ ਦਿੱਤਾ ਉਹ ਨਹੀਂ ਸੀ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਹੁਣੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਕੋਲੋਂ ਪੰਜਾਬ ਲਈ 20 ਕੰਪਨੀਆਂ ਨੀਂਹ ਫੌਜੀ ਦਲਾਂ ਮੰਗਣ ਗਏ ਸਨ ਤਾਂ ਉਸ ਵੇਲੇ ਉਹਨਾਂ ਨੂੰ ਸੁਰੱਖਿਆ ਬਲ ਮੰਗਣ ਦੀ ਥਾਂ ਪੰਜਾਬ ਲਈ 20 ਉੱਚ ਪਾਈ ਦੀ ਯੂਨੀਵਰਸਿਟੀ ਮੰਗਣੀਆਂ ਚਾਹੀਦੀਆਂ ਸੀ। ਉਹਨਾਂ ਨੇ ਇਹ ਕਿਹਾ ਕਿ ਇਸ ਵੇਲੇ ਇਹ ਸਪਸ਼ਟ ਹੋ ਰਿਹਾ ਕਿ ਪੰਜਾਬ ਦੇ ਹਾਲਾਤ ਜਿਹੜੇ ਅਮਨ ਨੂੰ ਲੈ ਕੇ ਉਹ ਠੀਕ ਨਹੀਂ ਹੈਗੇ, ਇਸੇ ਪਾਸ ਕਰਕੇ ਕੰਪਨੀਆਂ ਮੰਗਣ ਦੀ ਜ਼ਰੂਰਤ ਪਈ ਆ। ਰਾਜਾ ਵੜਿੰਗ ਹੁਣੀ ਤਾਂ ਇੱਥੋਂ ਵੀ ਅੱਗੇ ਚੱਲ ਗਏ ਕਿ ਜਥੇਦਾਰ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਨੇ ਵੀ ਇਹ ਵਿਰੋਧ ਕੀਤਾ। ਪਰ ਇੱਥੇ ਇੱਕ ਗੱਲ ਜਿਹੜੀ ਕਰਨੀ ਬਣਦੀ ਆ ਉਹ ਜ਼ਰੂਰ ਕਿ ਜਥੇਦਾਰ ਸਾਹਿਬ ਦੀ ਕੀ ਮਨਸ਼ਾ ਸੀ ਇਹ ਸਾਨੂੰ ਨਹੀਂ ਪਤਾ। ਅਸੀਂ ਮੁੜ ਮੁੜ ਕਹਿੰਦੇ ਆ ਕਿ ਉਹਨਾਂ ਨੂੰ ਸ਼ਾਇਦ ਆਪਣੇ ਬਿਆਨ ਵਿੱਚ ਇਹ ਸਪਸ਼ਟ ਕਰਨਾ ਚਾਹੀਦਾ ਸੀਗਾ ਕਿ ਉਹਨਾਂ ਨੇ ਇਹ ਬਿਆਨ ਦੇਣ ਦੀ ਲੋੜ ਕਿਉਂ ਸਮਝੀ। ਪਰ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਭਾਰਤ ਵਿੱਚ ਅਜਿਹਾ ਖਲਾਰਾ ਇੱਕ ਖਾਸ ਭਾਈਚਾਰੇ ਵੱਲੋਂ ਪੈਣਾ ਸ਼ੁਰੂ ਕੀਤਾ ਹੋਇਆ ਕਿ ਜਿਹਦੇ ਵਿੱਚ ਕਿਸੇ ਸਮੇਂ ਤੇ ਲੱਗਦਾ ਆ ਕਿ ਭਾਰਤ ਦੇ ਹਰ ਵਿਅਕਤੀ ਨੂੰ ਸੈਲਫ ਸੁਰੱਖਿਆ ਲਈ ਕੁਝ ਆਪਣਾ ਪ੍ਰਬੰਧ ਜਿਹੜਾ ਬੰਦੋਬਸਤ ਆ ਉਹ ਕਰਨਾ ਪਊਗਾ। ਇਸ ਪਾਸੇ ਵੱਲ ਸਾਡਾ ਇਸ਼ਾਰਾ ਹੀ ਕਾਫੀ ਆ। ਤੁਹਾਡੇ ਧਿਆਨ 'ਚ ਹੋਣਾ ਕਿ ਇੱਕ ਜਿਹੜੇ RSS ਨਾਲ ਜੁੜੇ ਕਈ ਸਾਰੀ ਜਥੇਬੰਦੀਆਂ ਆ ਉਹ ਸੜਕਾਂ ਵਿੱਚ ਤਲਵਾਰਾਂ ਲਾਉਂਦੀਆਂ ਜਿਹੜੀਆਂ ਉਹ ਤਰਸੂਲ ਲੈ ਕੇ ਜਿਹੜੇ ਉਹ ਕਰਦੇ ਫਿਰਦੇ ਹੁੰਦੇ ਆ ਪ੍ਰਸ਼ਾਸਨ। ਸੋ ਇੱਕ ਪਾਸੇ ਸੜਕਾਂ 'ਤੇ ਲਸ਼ਕਰ ਦੇ ਤਰਸੂਲ ਆ ਅਤੇ ਦੂਜੇ ਪਾਸੇ ਜਥੇਦਾਰ ਸਾਹਿਬ ਦਾ ਇਹ ਬਿਆਨ ਆ। ਸੋ ਦੋਨਾਂ ਵਿੱਚ ਆਪਾਂ ਕਹਿ ਲਈਏ ਕਿ ਕੰਟਰਾਸਟ ਤਾਂ ਹੈ ਹੀ, ਪਰ ਇੱਥੇ ਨਾਲ ਇੱਕ ਗੱਲ ਹੋਰ ਵੀ ਆ ਕਿ ਜਿਹੜਾ ਸਾਡਾ ਭਾਈਚਾਰਾ ਆ ਇਹ ਤਾਂ ਸਰਬੱਤ ਦਾ ਸੰਦੇਸ਼ ਦਿੰਦਾ, ਇਹ ਤਾਂ ਅਮਨ ਦੀ ਗੱਲ ਕਰਦਾ, ਇਹ ਤਾਂ ਸਬਰ ਦੀ ਗੱਲ ਕਰਦਾ, ਇਹ ਤਾਂ ਕੁਰਬਾਨੀ ਦੀ ਗੱਲ ਕਰਦਾ। ਪਰ ਨਾਲ ਦੀ ਨਾਲ ਇਹ ਵੀ ਆ ਕਿ ਸੈਲਫ ਜਿਹੜਾ ਡਿਫੈਂਸ ਲਈ ਜਾਂ ਆਪਾਂ ਕਹਿ ਲਈਏ ਕਿ ਆਪਣੇ ਆਪ ਦੇ ਬਚਾਅ ਲਈ ਜਿਹੜਾ ਆ ਉਹ ਸਾਡਾ ਜਿਹੜਾ ਗੁਰੂ ਆ ਉਹ ਵੀ ਸੰਦੇਸ਼ ਦਿੰਦੇ ਗਏ ਆ। ਪਰ ਇੱਥੇ ਇੱਕ ਗੱਲ ਹੋਰ ਦੱਸਦਾ ਕਿ ਜਿਸ ਭਾਈਚਾਰੇ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸੁਨੇਹਾ ਦਿੱਤਾ ਉਸ ਭਾਈਚਾਰੇ ਦਾ ਇਹ ਅੱਜ ਤੱਕ ਇਤਿਹਾਸ ਬੋਲਦਾ ਕਿ ਕਦੇ ਵੀ ਇਸ ਭਾਈਚਾਰੇ ਨੇ ਕਿਸੇ 'ਤੇ ਹਮਲਾ ਨਹੀਂ ਕੀਤਾ। ਜੇ ਸ਼ਸਤਰਾਂ ਦੀ ਵਰਤੋਂ ਕੀਤੀ ਆ ਤਾਂ ਸਿਰਫ ਸੈਲਫ ਡਿਫੈਂਸ ਲਈ। ਵੈਸੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਉੱਤੇ ਇਹ ਦੋਸ਼ ਲੱਗਦੇ ਆ ਰਹੇ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਿਹੜੀ ਲੀਹ 'ਤੇ ਲਿਆਉਣ ਲਈ, ਉਹਦੀ ਹੋਂਦ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਆ। ਉਹਨਾਂ ਵੱਲੋਂ ਪਿਛਲੇ ਸਮੇਂ ਕਈ ਸਾਰੇ ਜਿਹੇ ਬਿਆਨ ਦਿੱਤੇ ਜਾਂਦੇ ਰਹੇ ਆ। ਉਦਾਹਰਨ ਵਜੋਂ ਜਿਹੜਾ ਉਹਨੇ ਬਿਆਨ ਦਿੱਤਾ ਸੀ ਇੱਕ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਖਤਰੇ ਪਾਉਣਾ ਸਾਡੇ ਲਈ ਠੀਕ ਨਹੀਂ ਹੈਗੀ, ਜਾਂ ਹੋਰ ਵੀ ਜਿਵੇਂ ਆਪਾਂ ਪਿੱਛੇ ਜਿਹਾ ਕਹਿ ਲਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ SGPC ਦੀ ਡਿਊਟੀ ਲਾਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਪੀਲ 'ਤੇ ਸਾਰਾ ਜੋ ਹੋਇਆ ਸੀਗਾ। ਸੋ ਇਹ ਸਮਝਿਆ ਜਾਂਦਾ ਕਿ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕਿਸਮ ਦੇ ਬੁਲਾਰੇ ਆ। ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ, ਨਾ ਇਹਦੀ ਪੁਸ਼ਟੀ ਕਰਦੇ ਹਾਂ, ਪਰ ਜੋ ਇੱਕ ਲੋਕ ਰਾਏ ਬਣ ਲੱਗੀ ਆ ਜਾਂ ਜਿਹੜੇ ਸਿਆਸੀ ਮਾਹਰ ਵਿਸ਼ਲੇਸ਼ਣ ਕਰਦੇ ਆ ਉਹ ਇਹ ਕਹਿੰਦੇ ਆ ਕਿ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬਣ ਕੇ ਰਹਿ ਗਏ। ਵੈਸੇ ਇੱਕ ਗੱਲ ਜਿਹੜੀ ਇੱਥੇ ਕਰਨੀ ਹੋਰ ਬਣਦੀ ਆ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਅਸੈਪਟੈਂਸ ਲਗਾਤਾਰ ਖਤਮ ਹੁੰਦੀ ਜਾ ਰਹੀ ਆ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੂੰਹ ਦੇ ਮੂੰਹ ਡਿੱਗਣ ਤੋਂ ਬਾਅਦ ਚਾਹੇ ਉਹ ਪੰਥ ਮੁੱਦੇ ਲੈ ਕੇ ਮੁੜ ਵਿਚਰਨ ਦੀ ਕੋਸ਼ਿਸ਼ ਕਰਦੇ ਆ ਜਾਂ ਪੰਥਕ ਮੁੱਦਿਆਂ ਦੇ ਨਾਂ 'ਤੇ ਮੁੜ ਆਕਸੀਜਨ ਜਿਹੜੀ ਲੈਣ ਦੀ ਕੋਸ਼ਿਸ਼ ਕਰਦੇ ਆ, ਪਰ ਹਾਲ ਦੀ ਘੜੀ ਲੋਕਾਂ ਦਾ ਹੁੰਗਾਰਾ ਜਿਹੜਾ ਆ ਉਹ ਨਹੀਂ ਮਿਲ ਰਿਹਾ। ਪੰਜਾਬ ਦੇ ਲੋਕ ਜਿਹੜਿਆਂ ਬਾਦਲ ਭਾਜਪਾ ਦੇ ਰਾਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀਆਂ ਸੀਗੀਆਂ ਜਾਂ ਬਾਈਬਲ ਕਲਾਂ ਗੋਲੀਕਾਂਡ ਵਾਪਰਿਆ ਸੀਗਾ, ਜਾਂ ਉਸ ਤੋਂ ਆਪਾਂ ਇਹ ਕਹਿ ਲਈਏ ਬਾਅਦ ਕਿ ਜਿਹੜਾ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ ਸੀ, ਇਹ ਸਾਰੇ ਜਿਹੜੇ ਜ਼ਖਮ ਉਸ ਵੇਲੇ ਦੇ ਹੋਏ ਆ ਸਿੱਖ ਉਹਨਾਂ ਨੂੰ ਨਹੀਂ ਭੁੱਲ ਰਹੇ। ਸਿੱਖ ਕਿਆ ਪੂਰਾ ਪੰਜਾਬੀ ਜਿਹੜਾ ਭਾਈਚਾਰਾ ਆ ਉਹ ਨਹੀਂ ਭੁੱਲ ਰਿਹਾ। ਮੈਨੂੰ ਇੰਝ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਘਰ ਬਹਿ ਕੇ ਪੜਚੋਲ ਕਰਨੀ ਚਾਹੀਦੀ ਆ, ਜਾਂ ਜਥੇਦਾਰ ਸਾਹਿਬ ਨੂੰ ਵੀ ਇਹ ਕਹਿ ਦੇਣਾ ਚਾਹੀਦਾ ਲੋਕਾਂ ਦੀ ਭਾਵਨਾ ਰੱਖਦੇ ਆ ਕਿ ਸੁਖਬੀਰ ਹੁਣੀ ਥੋੜ੍ਹੇ ਸਮੇਂ ਲਈ ਆਪ ਪਾਸੇ ਹੋ ਜਾਣ ਅਤੇ ਇੱਕ ਕਮੇਟੀ ਬਣ ਦੇਣ ਜਿਹੜੀ ਕਮੇਟੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਵੇ। ਅਤੇ ਸ਼ਾਇਦ ਇਸ ਤਰ੍ਹਾਂ ਜਾਂ ਸੁਖਬੀਰ ਉਹਨਾਂ ਨੂੰ ਘੱਟੋ ਘੱਟ ਇਹ ਰਿਲਾਈਜ਼ ਹੋਵੇ ਕਿ ਜਿਹੜੇ ਲੋਕ ਆ ਉਹ ਵੱਡੇ ਹੁੰਦੇ ਆ ਅਤੇ ਨੇਤਾ ਛੋਟੇ ਹੁੰਦੇ ਆ। ਜਦੋਂ ਤੱਕ ਸੁਖਬੀਰ ਸਿੰਘ ਬਾਦਲ ਹੁਣੀ ਅਸਲ ਮੁੱਦਿਆਂ ਨੂੰ ਨਹੀਂ ਛੂੰਹਦੇ,
लोगों की नब्ज नहीं फड़ते, अपने केडर दी जिहड़ियां भावनावां आ उन्होंने नहीं समझते, उन्होंने अनुसार काम नहीं करते, लोगों ने उन्होंने मंजूर नहीं करना। आप दूर नहीं जाते, जिहड़ी श्रोमणी गुरद्वारा प्रबंधक कमेटी वालों बंदी ਸਿੰਘਾਂ ਦੀ रिहाई ਲਈ एक 11 मैंबरी कमेटी बनाई सी, ਉਹਨੂੰ ਲੈ ਕੇ किन्ना रौला पै गया। सब तो पहला हरियाणा सिख गुरद्वारा प्रबंधक कमेटी के प्रधान बलजीत सिंह दादूवाल उन्होंने ये कह दिता कि सुखबीर सिंह बादल नूं बाहर करता जाए कमेटी विचों, तां गल बननी आ। पता यह भी लगा कि उन्होंने तो मीटिंग विच ही सुखबीर नूं घेर लिया सीगा, पर अदरवाइज बलबीर सिंह जिहड़े बलजीत सिंह दादूवाल आ उन्हां दी चिट्ठी ये कहंदी आ कि जिन्हां लोकां ने सिੱਖੀ ਦਾ ਘਾਣ ਕੀਤਾ ਜਾਂ ਜਿਨ੍ਹਾਂ ਲੋਕਾਂ ਦੇ ਰਾਜ ਦੌਰਾਨ ਇੰਨਾ ਕੁਝ ਵਾਪਰਦਾ ਰਿਹਾ, ਜਾਂ ਉਹ ਲੋਕ ਜਿਨ੍ਹਾਂ ਨੇ ਆਪਣੇ ਰਾਜ ਦੌਰਾਨ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਨਹੀਂ ਕੀਤੀ, ਅੱਜ ਉਹ ਇਸ ਕਮੇਟੀ ਸ਼ਾਮਲ ਹੋਣ ਜਾਂ ਇਸ ਮੈਂਬਰ ਦੀ 11 ਮੈਂਬਰੀ ਕਮੇਟੀ ਵਿੱਚ ਉਹਨਾਂ ਦਾ ਨਾਂ ਬੋਲੇ, ਇਹ ਸਹਿਣ ਨਹੀਂ ਕਰਨਗੇ। ਆਪਾਂ ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਸਿਮਰਜੀਤ ਸਿੰਘ ਮਾਨ ਚਾਹੇ ਕਮੇਟੀ ਦੇ ਮੈਂਬਰ ਆ, ਪਰ ਉਹਨਾਂ ਦਾ ਜਿਹੜਾ ਕੇਡਰ ਆ ਉਹ ਸੁਖਬੀਰ ਸਿੰਘ ਬਾਦਲ ਨੂੰ ਅਸੈਪਟ ਨਹੀਂ ਕਰ ਰਿਹਾ। फिर उस अगे चल जाइए, कल दिल्ली सिख गुरद्वारा प्रबंधक कमेटी के प्रधान हरमीत सिंह कालका ने कह दिता, हैरानी की गल है कि जिस अकाली दल ने यह कदम चुक्या सीगा कि बंदी ਸਿੰਘਾਂ की रिहाई ਲਈ एक कमेटी बनाई जाए, साझा संघर्ष किया जाए, उस बंदे उत्ते जिहड़े उंगलां उठन लगियां तो यह कहा जान लगा कि इहनूं बाहर करता जाए। श्रोमणी अकाली दल संयुक्त वालों भी कल एक बयान आया कि सुखबीर सिंह बादल नूं कमेटी चों बाहर करना चाहिए। सो ये जिहड़ा सारा एक शीशा आ कि श्रोमणी अकाली दल जां जे आपां जिवें लोग कहंदे आ कि जिहड़े अकाली दल जथेदार आ वो अकाली दल बुला रहे आ, उन्होंने लोगों दी भावनावां जिहड़ियां आ ये समझणियां पैणगीआं। जदों तक वो लोगों दी भावनावां समझ के कार्रवाई नहीं करते तद तक सुखबीर सिंह बादल का हाशिए तो अंदर आना, जो आप कह लीए श्रोमणी अकाली दल मुड़ तो पैर लगने लीह ते आना आसान जे असंभव नहीं तो सौखा भी नहीं हैगा। सो ये जिहड़ी है टोटली तौर पर यह आ कि सुखबीर सिंह बादल हुणां नूं जिहड़े लोग मिलण लई समां मंगिया करते सीगे, अज उही लोग जिहड़ा आ उन्हां ते उंगलां चुक्कण लगे आ। वैसे इत्थे एक अज कुदरती एक रिपोर्ट सामने आई आ जथेदार साहब के बयान नूं लैके, जिहड़ा एक ना रलदी मिलदी कि जथेदार साहब ने जिहड़ा बयान दिता सी कि लोक शास्त्रधारी होण। वैसे इत्थे एक होर चित्ते मेरे दिमाग 'च आ गया कि जथेदार साहब ने तो यह भी कहा सीगा कि सिੱਖਾਂ नूं वध बच्चे पैदा करने की लोड़ आ, जिहड़ी उन्हां दी आबादी आ वो घटदी जा रही आ। ਇਹਦਾ भी एक ਜਿਹੜੇ ਆ ਇਸੇ ਤਰ੍ਹਾਂ ਦੇ ਅਰਥ ਆ ਜਿੱਦਾਂ ਦੇ ਅਰਥ ਜਿਹੜੇ ਆ ਨਵੇਂ ਜਿਹੜੇ ਉਹਨਾਂ ਦੇ ਬਿਆਨ 'ਚ ਆ। ਸੋ ਇਹ ਜਿਹੜੀ ਰਿਪੋਰਟ ਇਹ ਕਹਿ ਰਹੀ ਆ ਕਿ ਪਿਛਲੇ ਸਮੇਂ ਦੌਰਾਨ, ਭਾਵ ਪਿਛਲੇ 10 ਸਾਲਾਂ ਦੌਰਾਨ ਹਰ ਛੇਵਾਂ ਜਿਹੜਾ ਗੀਤ ਆ ਪੰਜਾਬੀ ਗਾਇਕਾਂ ਨੇ ਗਾਇਆ ਉਹ ਗਨ ਕਲਚਰ ਉੱਤੇ ਸੀਗਾ। ਔਰ ਵੱਡੀ ਗੱਲ ਇਹ ਕਿ ਗਨ ਕਲਚਰ ਦੇ ਨਾਂ 'ਤੇ ਜਿਹੜੀ ਪੰਜਾਬੀ ਸੰਗੀਤ ਇੰਡਸਟਰੀ ਆ ਉਹ 720 ਕਰੋੜ ਨੂੰ ਜਾ ਪਹੁੰਚੀ ਆ, ਤੇ ਭਾਰਤ ਮੁਲਕ ਦੇ ਮਿਊਜ਼ਿਕ ਜਗਤ ਵਿੱਚ ਪੰਜਾਬੀ ਸੰਗੀਤ ਦਾ 20% ਹਿੱਸਾ ਆ। ਸੋ ਕੁਦਰਤੀ ਗੱਲ ਇਹ ਆ ਕਿ ਜੋ ਐਸੇ ਅੱਜ ਜਦੋਂ ਇਹ ਜਥੇਦਾਰ ਸਾਹਿਬ ਨਾਲ ਇਹ ਜਿਹੜਾ ਉਹਨਾਂ ਦੇ ਬਿਆਨ ਨੂੰ ਲੈ ਕੇ ਇੰਨਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਇੱਕ ਜਿਹੜੀ ਰਿਪੋਰਟ ਆ ਇਹ ਕੁਦਰਤੀ ਰਿਪੋਰਟ ਆ ਸਾਹਮਣੇ ਆਈ ਆ ਕਿ ਜਿਹੜੇ ਪੰਜਾਬੀ ਗਾਇਕ ਆ ਉਹ ਗਨ ਕਲਚਰ ਨੂੰ ਇੰਨਾ बढ़ावा ਦੇ ਰਹੇ ਆ। ਤੇ ਜਥੇਦਾਰ ਸਾਹਿਬ ਨੇ ਤਾਂ ਸਿਰਫ ਇਹ ਕਿਹਾ ਕਿ ਹਰ ਜਿਹੜਾ ਨੌਜਵਾਨ ਆ ਉਹਦੇ ਕੋਲੇ ਲਾਇਸੈਂਸ ਹੋਵੇ। ਵੈਸੇ ਮੈਨੂੰ ਇਹ ਗੱਲ ਹੋਰ ਵੀ ਮੇਰੇ ਸਵਾਲ ਮਨ 'ਚ ਆਉਂਦਾ ਕਿ ਕੀ ਹਰ ਪੰਜਾਬੀ ਨੌਜਵਾਨ ਲਈ ਲਾਇਸੈਂਸ ਲੈਣਾ ਐਡਾ ਆਸਾਨ ਆ? ਕੀ ਹਰ ਪੰਜਾਬੀ ਨੌਜਵਾਨ ਲਾਇਸੈਂਸ ਬਣਾਉਣ ਦੀ ਫੀਸ ਜਾਂ ਜਿਹੜਾ ਲਾਇਸੈਂਸ ਲੈਣ ਦੀ ਸਮਰੱਥਾ ਰੱਖਦਾ ਆ? ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆ ਰਹੀ ਆ ਕਿ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਆ ਉਹਦੇ ਵਿੱਚ ਵੀ ਇਹ ਕਿਹਾ ਗਿਆ, ਕਿਉਂਕਿ ਸੰਤ ਜਰਨੈਲ ਸਿੰਘ ਵਾਲੇ ਕਿਹਾ ਕਰਦੇ ਸੀਗੇ कि जो थानू कोई पूछे कि तुसी लाइसेंस क्यों रखा होया, तुसी अपने को हथियार क्यों रखा होया, तो तुसी कह सकते हो कि आनंदपुर साहब का मथा देख लो। और उन्होंने कहना सा कि हर जिहड़ा नौजवान आ ये हथियार रखे, इस हथियार लई लाइसेंस की लोड़ नहीं, सगों सिंपली एक जिहड़ी आ वो रजिस्ट्रेशन होवे। सो आनंदपुर साहब का मता जां संतां दा जो कहना सीगा ओह ते इस वेले ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਜਿਹੜਾ ਇਹ ਕਾਫੀ ਨੇੜੇ ਨੇੜੇ ਸਮਝ ਲੈਣੇ ਚਾਹੀਦੇ ਆ। ਪਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਮਨਸ਼ਾ ਕੀ ਸੀ, ਉਹ ਕੀ ਚਾਹੁੰਦੇ ਸੀਗੇ, ਜਾਂ ਉਹਨਾਂ ਨੂੰ ਭਵਿੱਖ ਵਿੱਚੋਂ ਕੀ ਕੁਝ ਦਿਸ ਰਿਹਾ, ਇਹ ਸਾਰਾ ਕੁਝ ਸਪਸ਼ਟ ਕਰਨ ਦੀ ਲੋੜ ਆ। ਵਧੀਆ ਗੱਲ ਇਹ ਆ ਕਿ ਉਹ ਹਾਲੇ ਵੀ ਇਹ ਸਾਰਾ ਕੁਝ ਸਪਸ਼ਟ ਕਰ ਦੇਣ, ਨਹੀਂ ਤਾਂ ਜਿਹੜਾ ਰਾਮ ਰੌਲਾ ਆ ਇਵੇਂ ਹੀ ਪਿਆ ਰਹਿਣਾ ਤੇ ਇਹਦੇ ਜਿਹੜੇ ਨਤੀਜੇ ਆ ਉਹ ਕਈ ਪਾਸਿਆਂ ਨੂੰ ਜਿਹੜੇ ਆ ਉਹ ਤੁਰ ਸਕਦੇ ਆ। ਇੱਕ ਜਿਹੜੀ ਮਜੀਠਾ ਸਾਹਿਬ ਬਾਰੇ
कि बिक्रम सिंह मजीठिया की कल जमानत की अर्जी लगी सी पंजाब ते हरियाणा हाई कोर्ट विच। हाई कोर्ट ने पंजाब सरकार तो जवाब मंग लिया। 30 मई सुनवाई की अगली डेट जी वो मुकर करती आ। पंजाब ते हरियाणा हाई कोर्ट ने पंजाब सरकार तो पूछा कि जदों 24 फरवरी तो बिक्रम सिंह मजीठिया जेल च आ उदों तो लैके उन्हां दी कोई नवीं रिपोर्ट की आ। बिक्रम नशा तस्करी नूं लैके पंजाब च एक नहीं कई सिट्टां बणियां, कई जिहड़ियां स्पैशल इन्वेस्टिगेशन टीम आ वो बणियां। हुण एक नवीं टीम भी बनी आ जो मजीठिया अंदर आ, पर यह पिछली चर्चा चलती रही आ कि जिहड़ी नवीं सिट आ ये मजीठिया का रिमांड मंग सकती अदालत कोलों, पर अजिहा नहीं होया। ਇਹਦੇ ਵਿੱਚ ਜਿਹੜੀ ਆ ਸਰਕਾਰਾਂ ਉਹ ਹਾਲ ਦੀ ਘੜੀ ਚੁੱਪ ਆ। ਸਿੱਟ ਨੇ ਕੀ ਕੀਤਾ ਉਹ ਵੀ ਚੁੱਪ ਆ। ਪਰ ਬਿਕਰਮ ਸਿੰਘ ਮਜੀਠੀਆ ਹੁਣੀ ਜਦੋਂ ਜਿਹੜੀ ਇੱਥੋਂ ਦੀ ਅਦਾਲਤ ਹੈ ਮੋਹਾਲੀ ਦੀ ਉਹ 'ਚੋਂ ਜਿਹੜੀ ਜ਼ਮਾਨਤ ਦੀ ਅਰਜੀ ਰੱਦ ਹੋ ਗਈ ਸੀ, ਤਦ ਉਹਨਾਂ ਨੇ ਦੇਸ਼ ਦੀ ਸਿਖਰਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀਗਾ ਕਿ ਉਹਨਾਂ ਵੱਲੋਂ ਜਿਹੜਾ ਨਸ਼ਾ ਤਸਕਰੀ ਦਾ ਕੇਸ ਕੀਤਾ ਗਿਆ ਸੀਗਾ ਉਹ ਰੱਦ ਕੀਤਾ ਜਾਵੇ। ਤਦ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਆ ਉਹ ਇਹਦੇ ਉੱਤੇ ਵਿਚਾਰ ਕਰੇ, ਡਬਲ ਬੈਂਚ। ਮਜੀਠੀਆ ਨੇ ਉਸੇ ਆਦੇਸ਼ਾਂ ਤਹਿਤ ਜਿਹੜੀ ਆ ਜ਼ਮਾਨਤ ਦੀ ਅਰਜੀ ਲਾਈ ਆ। ਵੈਸੇ ਇੱਕ ਗੱਲ ਜਿਹੜਾ ਬਾਰ-ਬਾਰ ਮੇਰੇ ਮਨ 'ਚ ਸਵਾਲ ਉੱਠਦਾ ਹੁੰਦਾ ਉਹ ਇਹ ਕਿ ਕੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭੇਜਣ ਨਾਲ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਉਣ ਨਾਲ ਪੰਜਾਬ ਵਿੱਚ ਨਸ਼ੇ ਦੇ ਤਸਕਰਾਂ ਨੇ ਇਹ ਕੰਮ ਬੰਦ ਕਰ ਦਿੱਤਾ, ਜਾਂ ਇਸ ਤੋਂ ਅੱਗੇ ਮੇਰਾ ਸਵਾਲ ਜਿਹੜਾ ਹੁੰਦਾ ਕਈ ਵਾਰੀ ਮਨ 'ਚ ਆਉਂਦਾ ਕਿ ਕੀ ਬਿਕਰਮ ਸਿੰਘ ਮਜੀਠੀਆ ਇਕੱਲੇ ਨਸ਼ੇ ਤਸਕਰ ਸੀਗੇ? ਕੀ ਪੰਜਾਬ ਸਰਕਾਰ ਚਾਹੇ ਉਹ ਪਿਛਲੀ ਅਕਾਲੀ ਜਿਹੜੀ ਕਾਂਗਰਸ ਸਰਕਾਰ ਸੀਗੀ ਜਦੋਂ ਕਾਂਗਰਸ ਸਰਕਾਰ ਨੇ ਮਜੀਠੀਆ ਵਿਰੁੱਧ ਕੇਸ ਕੀਤਾ ਸੀਗਾ, ਜਾਂ ਆਹ ਨਵੀਂ ਸਰਕਾਰ ਆ, ਕਿ ਉਹ ਲੋਕ ਜਿਨ੍ਹਾਂ 'ਚ ਮਜੀਠੀਆ ਸ਼ਾਮਲ ਆ ਜੇਲ੍ਹਾਂ 'ਚ ਬੰਦ ਆ, ਕੀ ਉਹਨਾਂ ਕੋਲੋਂ ਕੁਝ ਸਾਹਮਣੇ ਨਹੀਂ ਆਇਆ ਕਿ ਸੱਚਮੁੱਚ ਨਸ਼ਾ ਤਸਕਰੀ ਕੌਣ ਕਰ ਰਿਹਾ, ਨਸ਼ਿਆਂ ਦੀ ਸਪਲਾਈ ਕਿੱਥੋਂ ਹੋ ਰਹੀ ਆ, ਨਸ਼ਿਆਂ ਦੀ ਸਪਲਾਈ ਕਿਵੇਂ ਟੁੱਟੂਗੀ? ਨਵਜੋਤ ਸਿੰਘ ਸਿੱਧੂ ਜਦੋਂ 2-3 ਦਿਨ ਪਹਿਲਾਂ ਜੇਲ੍ਹ 'ਚ ਗਏ ਆ ਤਾਂ ਉਹਦੇ ਕਾਫੀ ਚਰਚਾ ਹੋ ਗਈ ਸੀ ਕਿ ਉੱਥੇ ਜਿਸ ਬੈਰਕ ਵਿੱਚ ਸਾਬਕਾ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਰੱਖਿਆ ਗਿਆ ਉਸੇ ਬੈਰਕ ਵਿੱਚ ਨਵਜੋਤ ਸਿੰਘ ਸਿੱਧੂ ਆ। ਅਤੇ ਮੈਂ ਦੱਸਦਾ ਕਿ ਇੰਦਰਜੀਤ ਸਿੰਘ ਜਿਹੜੇ ਆ ਉਹ ਨਸ਼ਾ ਤਸਕਰੀ ਦੇ ਜਿਹੜੇ ਹੈਗੇ ਦੋਸ਼ਾਂ ਅੰਦਰ ਆ, ਉਹਨਾਂ ਕੋਲ AK-47 ਫੜੀ ਗਈ ਸੀ। ਪਰ ਕੀ ਉਹ ਵੱਡੇ ਲੀਡਰ ਜਿਹੜੇ ਅਫਸਰ ਆ ਪੁਲਿਸ ਦੇ ਜਿਨ੍ਹਾਂ ਨਾਲ ਨਾ ਜੁੜਦਾ ਰਿਹਾ ਇੰਦਰਜੀਤ ਸਿੰਘ ਦਾ, ਕੀ ਉਹਨਾਂ ਕੋਲੋਂ ਪੁੱਛਗਿੱਛ ਕਰਨ ਦੀ ਲੋੜ ਨਹੀਂ ਸੀ? ਜਾਂ ਆਪਾਂ ਇਹ ਕਹਿ ਲਈਏ ਕਿ ਪੰਜਾਬ ਦੀ ਨਸ਼ਾ ਸਪਲਾਈ ਨੂੰ ਤੋੜਨ ਲਈ ਬਿਕਰਮ ਸਿੰਘ ਮਜੀਠੀਆ, ਇੰਦਰਜੀਤ ਸਿੰਘ ਸਮੇਤ ਕੁਝ ਲੋਕਾਂ ਨੂੰ ਫੜਨਾ ਹੀ ਕਾਫੀ ਆ? ਮੈਨੂੰ ਇੰਝ ਲੱਗਦਾ ਕਿ ਜੇ ਸਰਕਾਰ ਸੱਚਮੁੱਚ ਹੀ ਨਸ਼ੇ ਦੀ ਸਪਲਾਈ ਜਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣਾ ਚਾਹੁੰਦੀ ਆ ਤਾਂ ਜਿਹੜੀ ਜਾਂਚ ਆ ਉਹ ਇੱਕ ਕਿਸੇ ਖਾਸ ਬੰਦੇ 'ਤੇ ਟਾਰਗੇਟ ਨਹੀਂ ਸੀ ਹੋਣੀ ਚਾਹੀਦੀ, ਸਗੋਂ ਇਹਨੂੰ ਜਿਹੜਾ ਆ ਅੱਗੇ ਵਧਾਇਆ ਜਾਣਾ ਚਾਹੀਦਾ ਸੀਗਾ। ਅਤੇ ਅਸੀਂ ਇੰਝ ਵੀ ਮਹਿਸੂਸ ਕਰਦੇ ਹਾਂ ਕਿ ਜੇ ਤੁਸੀਂ ਸਿਆਸੀ ਤੌਰ 'ਤੇ ਕਿਸੇ ਇੱਕ ਵਿਅਕਤੀ ਨੂੰ, ਅਸੀਂ ਮਜੀਠੀਆ ਦੀ ਗੱਲ ਬਿਲਕੁਲ ਨਹੀਂ ਕਰਦੇ, ਕਿਸੇ ਵੀ ਇੱਕ ਵਿਅਕਤੀ ਨੂੰ ਟਾਰਗੇਟ ਕਰੋਗੇ ਤਾਂ ਇਹ ਜਿਹੜੀ ਚੇਨ ਆ, ਇਹ ਜਿਹੜੀ ਸਪਲਾਈ ਆ, ਜਿਹੜਾ ਨਸ਼ਿਆਂ ਦਾ 6ਵਾਂ ਦਰਿਆ ਵਗਦਾ ਪੰਜਾਬ 'ਚ, ਇਹਨੇ ਵਗਣ ਤੋਂ ਨਹੀਂ ਰਹਿਣਾ। ਲੋੜ ਇਹ ਆ ਕਿ ਜਿੰਨੀਆਂ ਸਿੱਟਾਂ ਬਣਾਈਆਂ ਗਈਆਂ ਉਹ ਸਿੱਟਾਂ ਇਹ ਘੋਖ ਪੜਤਾਲ ਕਰਨ ਕਿ ਜਿਹੜੇ ਬੰਦੇ ਚਾਹੇ ਜਗਦੀਸ਼ ਭੋਲਾ ਆ, ਕਿ ਜਿਹੜੇ ਬੰਦੇ ਉਹਨਾਂ ਨਾਲ ਜੁੜੇ ਰਹੇ ਆ ਜਾਂ ਕਿਹੜੇ ਅਫਸਰਾਂ ਰਾਹੀਂ ਉਹਨਾਂ ਨੇ ਅਰਬਾਂ ਖਰਬਾਂ ਰੁਪਈਆ ਕਮਾਇਆ, ਕਿਹੜੇ ਸਿਆਸੀ ਲੋਕਾਂ ਰਾਹੀਂ ਉਹਨਾਂ ਨੇ ਅਰਬਾਂ ਖਰਬਾਂ ਰੁਪਈਆ ਕਮਾਇਆ, ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ। ਅਤੇ ਜੇ ਤੁਸੀਂ ਕਹਿੰਦੇ ਹੁੰਦੇ ਆ ਕਿ ਚੁਣ ਕੇ ਲੋਕਾਂ ਨੂੰ ਚੁੱਕੋਗੇ ਤਾਂ ਇਹ ਗੱਲ ਨਹੀਂ ਬਣਨੀ। ਇਹਨੂੰ ਅਸਲ ਜਿਹੜਾ ਇੱਕ ਮੈਂ ਕਹਿ ਲਾਂ ਕਿ ਜਿਵੇਂ ਤੁਸੀਂ ਕਹਿੰਦੇ ਇੱਕ ਧਰਮ ਹੁੰਦਾ, ਜਦੋਂ ਤੱਕ ਤੁਸੀਂ ਨਸ਼ੇ ਦੀ ਸਪਲਾਈ ਨੂੰ ਖਤਮ ਕਰਨ ਲਈ, ਰੇਤਮਾਨ ਨੂੰ ਖਤਮ ਕਰਨ ਲਈ, ਟਰਾਂਸਪੋਰਟ ਨੂੰ ਖਤਮ ਕਰਨ ਲਈ ਇਹਨੂੰ ਧਰਮ ਦੇ ਕਾਰਜ ਨਹੀਂ ਲੈਂਦੇ ਤੱਕ ਤਾਂ ਸਰਕਾਰਾਂ ਨੂੰ ਜਿਹੜਾ ਆ ਇਹ ਹੱਥ ਪੱਲੇ ਕੁਝ ਪੈਣ ਵਾਲਾ ਨਹੀਂ ਹੈਗਾ। ਅਸੀਂ ਪਿਛਲੇ ਦਿਨਾਂ ਤੋਂ ਇਹ ਸ਼ੁਰੂ ਕੀਤਾ ਹੋਇਆ ਕਿ ਇੱਕ ਤੁਹਾਡੇ ਨਾਲ ਖਬਰ ਅਜਿਹੀ ਸਾਂਝੀ ਕਰਾਂਗੇ ਜਿਹਦੇ ਵਿੱਚ ਅੰਕੜੇ ਹੋਣ ਔਰ ਉਹ ਅੰਕੜੇ ਜਿਹੜੇ ਆ ਤੁਹਾਨੂੰ ਹਿਲਾ ਕੇ ਰੱਖ ਦੇਣ। ਗੱਲ ਅੱਜ ਮੈਂ ਕਰਾਂਗਾ ਕੋਵਿਡ ਦੇ ਵੇਲੇ ਦੀ, ਕਿ ਕੋਵਿਡ ਦੇ ਵੇਲੇ ਦੇਸ਼ ਦੇ 10% ਧਨਾੜ ਲੋਕਾਂ ਨੇ 24 ਮਹੀਨਿਆਂ ਵਿੱਚ ਉਨਾ ਧਨ ਇਕੱਠਾ ਕਰ ਲਿਆ ਜਿੰਨਾ ਉਹਨਾਂ ਨੇ ਪਿਛਲੇ 24 ਸਾਲਾਂ 'ਚ ਨਹੀਂ ਕਮਾਇਆ ਹੈਗਾ। ਭਾਰਤ ਦੇ 90% ਲੋਕ ਜਿਹੜੇ ਆ ਉਹ ਕਰੋਨਾ ਨੇ ਰੋਲ ਕੇ ਰੱਖ ਦਿੱਤੇ। 90% ਲੋਕਾਂ ਲਈ ਜਿਹੜਾ ਸੰਕਟ ਆ ਉਹ ਖੜਾ ਹੋਇਆ। ਧਨ ਅਤੇ ਮਨ ਪੱਖੋਂ ਲੋਕ ਜਿਹੜੇ ਆ ਕਮਜ਼ੋਰ ਹੋਏ ਆ। ਪਰ ਇਸ ਸਮੇਂ ਦੌਰਾਨ ਕੁਝ ਪ੍ਰਤੀਸ਼ਤ ਲੋਕ ਜਿਹੜੇ ਆ ਉਹ ਹੋਰ ਅਮੀਰ ਹੁੰਦੇ ਗਏ ਅਤੇ ਜਿਹੜੇ ਗਰੀਬ ਆ ਹੋਰ ਗਰੀਬ ਹੁੰਦੇ ਰਹੇ।
ਤੇ ਜਿਹੜਾ ਪਾੜਾ ਆ ਉਹ ਵੱਧ ਗਿਆ। ਤੇ ਰਿਪੋਰਟ ਇਹ ਕਹਿੰਦੀ ਆ ਕਿ ਭਾਰਤ ਦੇ 1% ਧਨਾਢਾਂ ਦੀ ਜਿਹੜੀ ਜਾਇਦਾਦ ਆ ਉਹ ਪਹਿਲਾਂ ਨਾਲੋਂ 42% ਹੋਰ ਉੱਪਰ ਗਈ ਆ। ਇਹਦੇ ਵਿੱਚ ਜਿਹੜੇ ਖਾਣ ਪੀਣ ਜਾਂ ਊਰਜਾ ਨਾਲ ਸੰਬੰਧਿਤ ਵਪਾਰੀ ਸੀਗੇ ਉਹਨਾਂ ਨਾਲ ਜਿਹੜਾ ਵੱਡਾ ਹੱਥ ਜਿਹੜਾ ਆ ਉਹ ਹੈਗਾ ਆ। ਇਹ ਤੋਂ ਵੀ ਅੱਗੇ ਗੱਲ ਕਰ ਲਈ ਇਹ ਕਿ ਜਿੰਨੇ 40% ਸਭ ਤੋਂ ਘੱਟ ਆਮਦਨ ਵਾਲੇ ਲੋਕ ਆ, ਜਾਂ ਕਹਿ ਲਈਏ ਕਿ ਸਭ ਤੋਂ ਵੱਧ ਗਰੀਬ ਲੋਕ ਆ, ਅਮੀਰ ਲੋਕਾਂ ਕੋਲੇ 10 ਅਮੀਰ ਲੋਕਾਂ ਕੋਲੇ ਉਹਨਾਂ ਨਾਲੋਂ 984 ਲੱਖ ਕਰੋੜ ਦੀ ਜਿਹੜੀ ਜਾਇਦਾਦ ਆ ਉਹ ਵੱਧ ਆ। ਤੇ ਇਹ ਵੀ ਕਹਿਦਾ ਕਿ 293.14 ਕਰੋੜ ਵਾਲੇ ਜਿਹੜੇ ਲੋਕ ਆ ਉਹ ਕਈ ਸਾਰੇ ਆ। ਤੇ ਆਪਾਂ ਇਹ ਵੀ ਕਹਿ ਦਈਏ ਕਿ 26.30 ਲੱਖ ਕਰੋੜ ਜਿਹੜੇ ਗਰੀਬ ਲੋਕ ਜਿਹੜੇ ਆ ਉਹਨਾਂ ਕੋਲੇ ਇਸ ਵੇਲੇ ਰੋਟੀ ਜਿਹੜੇ ਆ ਉਹਨੂੰ ਖਾਣ ਦੇ ਸੰਦੇ ਪਏ ਹੋਏ ਆ। ਤੇ ਇਹ ਵੀ ਪਤਾ ਲੱਗਾ ਕਿ 12.5 ਕਰੋੜ ਲੋਕਾਂ ਦੀ ਜਿਹੜੀ ਆ ਉਹ ਨੌਕਰੀ ਚਲੇ ਗਈ। ਪਿਛਲੇ ਸਮੇਂ ਦੌਰਾਨ 40% ਔਰਤਾਂ ਜਿਹੜੀਆਂ ਉਹ ਬੇਰੁਜ਼ਗਾਰ ਹੋਈਆਂ। ਤੇ ਅੰਕੜੇ ਤਾਂ ਇਹ ਵੀ ਕਹਿੰਦੇ ਆ ਕਿ ਜਿਹੜੇ ਲੋਕ ਆ ਜਿਹੜੇ ਇਹ 147 ਧਨਾਢ ਲੋਕ ਆ ਉਹਨਾਂ ਨੇ 516 ਕਰੋੜ ਰੁਪਏ ਇਸ ਕਰੋਨਾ ਕਾਲ ਦੌਰਾਨ ਕਮਾਏ ਆ। ਵੈਸੇ ਕਰੋਨਾ ਕਾਲ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਅਮੀਰ ਤੇ ਗਰੀਬ ਦੀ ਗੱਲ ਕਰਦੇ ਹਾਂ, ਇੱਕ ਗਰੀਬ ਉਹ ਸੀਗੇ ਜਿਨ੍ਹਾਂ ਕੋਲੇ ਆਪਣੇ ਘਰਦਿਆਂ ਦੇ ਕੱਫਣ ਪਾਉਣ ਲਈ ਪੈਸੇ ਨਹੀਂ ਸੀਗੇ, 2 ਡੰਗ ਦੀ ਰੋਟੀ ਖਾਣ ਲਈ ਕੁਝ ਪੱਲੇ ਨਹੀਂ ਸੀ ਬਚਿਆ, ਜਾਂ ਆਪਾਂ ਕਹਿ ਲਈਏ ਕਿ ਇਲਾਜ ਕਰਾਉਣ ਲਈ ਪੈਸੇ ਨਹੀਂ ਸੀ। ਪਰ ਦੂਜੇ ਬੰਨੇ ਉਹ ਡਾਕਟਰ ਵੀ ਸੀਗੇ ਜਿਹੜੇ ਮੋਟੀ ਕਮਾਈ ਕਰ ਗਏ। ਡਾਕਟਰ ਜਿਹੜੇ ਆ ਦੁੱਗੇ ਤਕਨੀਕਾਂ ਦੇ ਕੰਮ ਕਰ ਗਏ। ਟੀਕੇ ਜਿਹੜੇ ਆ ਉਹ ਹਜ਼ਾਰਾਂ ਵਾਲੇ ਲੱਖਾਂ 'ਚ ਲੱਗਦੇ ਰਹੇ। ਸੋ ਇਹ ਜਿਹੜੀ ਕੋਵਿਡ ਦੀ ਰਿਪੋਰਟ ਆ ਇਹ ਦਿਲ ਹਿਲਾ ਕੇ ਰੱਖ ਦੇਣ ਵਾਲੀ ਆ, ਤੁਹਾਨੂੰ ਹਲੂਣਾ ਦੇਣ ਵਾਲੀ ਆ। ਇਹ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਇੱਕ ਅਜਿਹੀ ਰਿਪੋਰਟ ਸਾਂਝੀ ਕਰੀਏ ਜਿਹਦੇ ਵਿੱਚ ਹੈਰਾਨੀਜਨਕ ਤੱਥ ਜਿਹੜੇ ਆ ਉਹ ਸਾਹਮਣੇ ਆਉਣ, ਸਮਾਜ ਲਈ ਇੱਕ ਜਿਹੜਾ ਤਸਵੀਰ ਆ ਉਹ ਪੇਸ਼ ਕਰਨ। ਤੁਸੀਂ ਇਸ ਤਸਵੀਰ ਜਿਹੜੀ ਸਮਾਜ ਦੀ ਤਸਵੀਰ ਆ ਇਹ ਤੋਂ ਜਾਣੂ ਹੋਵੋ ਕਿ ਤੁਸੀਂ ਜਿਸ ਸਮਾਜ 'ਚ ਰਹਿੰਦੇ ਹੋ ਉਹ ਅਸਲੀਅਤ ਕੀ ਆ ਉਹਦੀ, ਉਹ ਸਮਾਜ ਕਿੱਥੇ ਖੜਾ। ਸੋ ਅੱਜ ਦਾ ਜਿਹੜਾ ਖਾਲਿਸ ਸਪੈਸ਼ਲ ਹੈ ਇਹਦੇ 'ਚ ਇੰਨਾ ਹੀ ਕਾਫੀ। ਕੱਲ੍ਹ ਨੂੰ ਮਿਲਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ, ਕੁਝ ਨਵੀਆਂ ਖਬਰਾਂ ਦੀ ਚਰਚਾ ਕਰਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਨਵੈਤੂ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।